हेलो स्टूडेंट्स, हम सुखविंदर कौर, असिस्टेंट प्रोफैसर डिपार्टमेंट ऑफ इकनॉमिक्स, जीजीडीएसटी कॉलेज हरियाणा हुशियारपुर। ਆਪਾਂ ਪਿਛਲੇ ਕੁਝ ਲੈਕਚਰਸ ਤੋਂ ਕਰ ਰਹੇ ਹਾਂ ਟੈਕਸ ਐਂਡ ਟੈਕਸੇਸ਼ਨ ਸਿਸਟਮ। ਅਤੇ ਅੱਜ ਅਸੀਂ ਜਿਸ ਤਰ੍ਹਾਂ ਅਸੀਂ ਲਾਸਟ ਲੈਕਚਰ ਦੇ ਵਿੱਚ ਕੀਤਾ ਸੀ ਟੈਕਸੇਬਲ ਕਪੈਸਿਟੀ, ਮੈਕਸੀਮਮ ਟੈਕਸ ਪੇ ਕਰਨ ਦੀ ਸਮਰੱਥਾ ਕਿਸੇ ਦੇਸ਼ ਦੇ ਲੋਕਾਂ ਦੀ, ਔਰ ਅਸੀਂ ਉਹ ਰਿਲੇਟਿਵ ਐਂਡ ਐਬਸੋਲਿਊਟ ਟੈਕਸੇਬਲ ਕਪੈਸਿਟੀ ਲਾਸਟ ਲੈਕਚਰ ਦੇ ਵਿੱਚ ਕੀਤੀ ਹੈ। ਅੱਜ ਅਸੀਂ ਕਰਾਂਗੇ ਕਿ ਜਿਹੜੀ ਮੈਕਸੀਮਮ ਟੈਕਸ ਪੇ ਕਰਨ ਦੀ ਸਮਰੱਥਾ, ਜਿਹੜੀ ਅਸੀਂ ਕਹਿੰਦੇ ਆਪਟੀਮਮ ਹੋਣੀ ਚਾਹੀਦੀ ਹੈ, ਜਿਹੜੀ ਉਹ ਮੈਕਸੀਮਮ ਟੈਕਸ ਪੇ ਕਰਨ ਦੀ ਸਮਰੱਥਾ ਆ, ਉਹਨੂੰ ਕਿਹੜੇ ਕਿਹੜੇ ਫੈਕਟਰਸ ਇਫੈਕਟ ਕਰਦੇ ਆ। ਕਿ ਜਿਸ ਤਰ੍ਹਾਂ ਅਸੀਂ ਆਪਟੀਮਮ ਮੰਨ ਲਓ ਡਿਸਾਈਡ ਕਰਨੀ ਆ ਕਿ ਕਿੰਨਾ ਟੈਕਸ ਲਗਾਇਆ ਜਾਵੇ, ਕਿਉਂਕਿ ਟੈਕਸ ਆਪਾਂ ਗੌਰਮੈਂਟ ਦੀ ਇਨਕਮ ਲਈ ਲਗਾਉਂਦੇ ਆ। ਉਸ ਇਨਕਮ ਦੇ ਬੇਸ ਦੇ ਉੱਤੇ ਗੌਰਮੈਂਟ ਦਾ ਐਕਸਪੈਂਡੀਚਰ ਜਿਹੜਾ ਉਹ ਟਿਕਿਆ ਹੁੰਦਾ, ਉਹ 'ਤੇ ਆਧਾਰਿਤ ਹੁੰਦਾ ਕਿੰਨਾ ਹੋਏਗਾ। ਇਸ ਲਈ ਕਿਹੜੇ ਕਿਹੜੇ ਡਿਟਰਮੀਨੈਂਟਸ ਆ ਜਿਨ੍ਹਾਂ ਫੈਕਟਰਸ ਦੇ ਉੱਤੇ ਇਹ ਨਿਰਭਰ ਕਰਦਾ। ਫਸਟ ਜਿਹੜਾ ਫੈਕਟਰ ਆ ਇਨਕਮ। ਫਸਟ ਜਿਹੜਾ ਡਿਟਰਮੀਨੈਂਟ ਆ ਇਨਕਮ। ਬਿਨਾਂ ਸ਼ੱਕ ਜੇ ਤੁਸੀਂ ਇਨਕਮ ਟੈਕਸ ਦੀ ਗੱਲ ਕਰਦੇ ਆ ਤਾਂ ਇਨਕਮ ਹੋਏਗੀ ਤਾਂ ਟੈਕਸ ਹੋਏਗਾ। ਇੱਕ ਲਿਮਿਟ ਹੈ, ਉਸ ਲਿਮਿਟ ਤੋਂ ਉੱਪਰ ਤੱਕ ਦੀ ਇਨਕਮ ਹੋਏਗੀ। 1.5 ਲੱਖ ਜਾਂ 2.5 ਲੱਖ ਜਿੰਨਾ ਵੀ ਸਲੈਬ ਰੱਖੀ ਗਈ ਹੋਵੇ, ਫਿਕਸ ਕੀਤੀ ਗਈ ਹੋਵੇ ਬਾਈ ਲਾਅ। ਜੇਕਰ ਉਸ ਤੋਂ ਉੱਪਰ ਤੁਹਾਡੀ ਇਨਕਮ ਹੋਏਗੀ ਤਾਂ ਤੁਹਾਨੂੰ ਇਨਕਮ ਟੈਕਸ ਜਿਹੜਾ ਉਹ ਪੇ ਕੀਤਾ ਜਾਏਗਾ, ਤੁਹਾਡੇ ਦੁਆਰਾ ਕੀਤਾ ਜਾਏਗਾ ਪੇ। ਇਸ ਲਈ ਸਭ ਤੋਂ ਪਹਿਲੀ ਜਿਹੜੀ ਟੈਕਸੇਬਲ ਕਪੈਸਿਟੀ, ਜਿਹਨੂੰ ਸਭ ਤੋਂ ਜਿਹੜਾ ਇੰਪੋਰਟੈਂਟ ਫੈਕਟਰ ਜਿਹੜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਉਹ ਹੈਗਾ ਇਨਕਮ। ਸੈਕਿੰਡ ਜਿਹੜਾ ਸਭ ਤੋਂ ਜ਼ਿਆਦਾ ਫੈਕਟਰ ਹੋਰ ਪ੍ਰਭਾਵਿਤ ਕਰਦਾ ਇਨਕਮ ਤੋਂ ਬਾਅਦ ਉਹ ਹੈਗਾ ਖਰਚ। ਕਿਉਂਕਿ ਜਿਹੜਾ ਤੁਹਾਡਾ ਸੇਲਸ ਟੈਕਸ ਆ ਉਹ ਕਦੋਂ ਲੱਗੇਗਾ? ਜਦੋਂ ਤੁਸੀਂ ਕਿਸੇ ਪ੍ਰੋਡਕਟ ਨੂੰ ਪਰਚੇਜ਼ ਕਰੋਗੇ। ਅਤੇ ਪਰਚੇਜ਼ ਜੇ ਤੁਸੀਂ ਜ਼ਿਆਦਾ ਕਰੋਗੇ ਤਾਂ ਬਿਨਾਂ ਸ਼ੱਕ ਤੁਸੀਂ ਸੇਲਸ ਟੈਕਸ ਜ਼ਿਆਦਾ ਪੇ ਕਰੋਗੇ, ਅਦਰਵਾਈਜ਼ ਘੱਟ ਕਰੋਗੇ। ਇਸ ਲਈ ਆਮਦਨ ਤੋਂ ਬਾਅਦ ਕਿ ਆਮਦਨ ਹੋਈ, ਵੈਸੇ ਤਾਂ ਮੈਂ ਪਹਿਲਾਂ ਇਨਕਮ ਟੈਕਸ ਦੀ ਗੱਲ ਕੀਤੀ, ਈਵਨ ਤੁਹਾਡੀ ਜਿਹੜਾ ਐਕਸਪੈਂਡੀਚਰ ਵੀ ਆ ਉਹ ਵੀ ਇਨਕਮ 'ਤੇ ਡਿਪੈਂਡ ਕਰਦਾ ਹੁੰਦਾ, ਪਰ ਜੇ ਫਿਰ ਵੀ ਆਮਦਨ ਦਾ ਕਿੰਨਾ ਹਿੱਸਾ ਤੁਸੀਂ ਖਰਚਣਾ ਉਹ 'ਤੇ ਡਿਪੈਂਡ ਕਰੇਗਾ। ਜੇ ਤੁਹਾਡਾ ਉਹ ਐਕਸਪੈਂਡੀਚਰ ਜ਼ਿਆਦਾ ਹੋਏਗਾ, ਆਮਦਨ ਦਾ ਜ਼ਿਆਦਾ ਵੱਡਾ ਹਿੱਸਾ ਤੁਸੀਂ ਖਰਚ ਕਰਦੇ ਹੋ, ਤਾਂ ਤੁਹਾਡਾ ਜਿਹੜੀ ਟੈਕਸੇਬਲ ਕਪੈਸਿਟੀ ਉਹ ਜ਼ਿਆਦਾ ਹੋਏਗੀ, ਅਦਰਵਾਈਜ਼ ਘੱਟ ਹੋਏਗੀ। ਨੈਕਸਟ ਹੈਗਾ ਜੀ ਨੈਸ਼ਨਲ ਇਨਕਮ ਐਂਡ ਸਟੇਬਿਲਿਟੀ। ਜੇਕਰ ਰਾਸ਼ਟਰੀ ਆਮਦਨ ਜ਼ਿਆਦਾ ਹੋਏਗੀ, ਕਿਉਂਕਿ ਰਾਸ਼ਟਰੀ ਆਮਦਨ ਨੂੰ ਤੁਸੀਂ ਕਾਹਦੇ ਨਾਲ ਡਿਵਾਈਡ ਕਰਦੇ ਹੋ? ਨੈਸ਼ਨਲ ਇਨਕਮ ਨੂੰ ਪਾਪੂਲੇਸ਼ਨ ਨਾਲ, ਅਤੇ ਉਹਦੇ ਨਾਲ ਕੀ ਆ ਜਾਂਦੀ ਤੁਹਾਡੀ ਪਰ ਕੈਪੀਟਾ ਇਨਕਮ। ਅਤੇ ਜੇਕਰ ਤੁਹਾਡੀ ਨੈਸ਼ਨਲ ਇਨਕਮ ਜ਼ਿਆਦਾ ਹੋਏਗੀ ਤਾਂ ਬਿਨਾਂ ਸ਼ੱਕ ਤੁਹਾਡੀ ਪਰ ਕੈਪੀਟਾ ਇਨਕਮ ਜ਼ਿਆਦਾ ਹੋਏਗੀ। ਅਤੇ ਜਦੋਂ ਰਾਸ਼ਟਰੀ ਆਮਦਨ ਜ਼ਿਆਦਾ ਹੋਏਗੀ ਤਾਂ ਬਿਨਾਂ ਸ਼ੱਕ ਇੰਪਲਾਈਮੈਂਟ ਓਪਰਚੁਨਿਟੀਜ਼ ਦੀ ਵੀ ਜ਼ਿਆਦਾ ਹੋਣਗੀਆਂ, ਅਤੇ ਉਹਦੇ ਨਾਲ ਇਨਕਮ ਵੀ ਜ਼ਿਆਦਾ ਹੋਏਗੀ। ਅਤੇ ਉਸ ਦੇ ਨਾਲ ਕੀ ਹੋਏਗਾ ਕਿ ਇਨਕਮ ਦੇ ਜ਼ਿਆਦਾ ਹੋਣ ਦੇ ਕਰਕੇ ਜਿਹੜੀ ਤੁਹਾਡੀ ਟੈਕਸੇਬਲ ਕਪੈਸਿਟੀ ਆ ਉਹ ਜ਼ਿਆਦਾ ਹੋ ਜਾਏਗੀ। ਨੈਕਸਟ ਹੈਗਾ ਜੀ ਪਾਪੂਲੇਸ਼ਨ। ਪਾਪੂਲੇਸ਼ਨ ਇੱਕ ਤਾਂ ਸਿੱਧਾ ਹੀ ਹੈ ਕਿ ਜੇ ਪਾਪੂਲੇਸ਼ਨ ਜ਼ਿਆਦਾ ਹੋਏਗੀ ਤਾਂ ਬਿਨਾਂ ਸ਼ੱਕ ਤੁਹਾਡਾ ਜਿਹੜਾ ਐਕਸਪੈਂਡੀਚਰ ਆ, ਕੰਜ਼ੰਪਸ਼ਨ ਐਕਸਪੈਂਡੀਚਰ ਆ ਉਹ ਜ਼ਿਆਦਾ ਹੋਏਗਾ, ਅਤੇ ਸੇਲਸ ਟੈਕਸ ਵਗੈਰਾ ਜ਼ਿਆਦਾ ਪੇ ਕਰਾਂਗੇ। ਅਤੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਇੱਥੇ ਕਿ ਜੇ ਜਨਸੰਖਿਆ ਤੁਹਾਡੀ ਜ਼ਿਆਦਾ ਵੀ ਆ, ਉਹਦੇ ਵਿੱਚ ਵੀ ਡਿਪੈਂਡ ਕਰਦਾ ਕਿ ਜਨਸੰਖਿਆ ਕਿਸ ਤਰ੍ਹਾਂ ਦੀ ਹੈ, ਜਨਸੰਖਿਆ ਦੀ ਰਚਨਾ ਕਿੱਦਾਂ ਦੀ ਹੈ। ਜੇ ਉਹਦੇ ਵਿੱਚ ਬਜ਼ੁਰਗ ਅਤੇ ਬੱਚੇ ਜ਼ਿਆਦਾ ਹੋਣਗੇ ਤਾਂ ਤੁਹਾਡਾ ਖਰਚ ਘੱਟ ਹੋਏਗਾ, ਪਰ ਜੇ ਜਵਾਨ ਲੋਕ ਜ਼ਿਆਦਾ ਹੋਣਗੇ ਤਾਂ ਤੁਹਾਡਾ ਜਿਹੜਾ ਐਕਸਪੈਂਡੀਚਰ ਆ ਉਹ ਜ਼ਿਆਦਾ ਹੋਏਗਾ। ਇਸ ਲਈ ਜਨਸੰਖਿਆ ਜ਼ਿਆਦਾ ਹੋਏਗੀ ਤਾਂ ਐਕਸਪੈਂਡੀਚਰ ਜ਼ਿਆਦਾ ਹੋਏਗਾ, ਐਕਸਪੈਂਡੀਚਰ ਜ਼ਿਆਦਾ ਹੋਏਗਾ ਤਾਂ ਬਿਨਾਂ ਸ਼ੱਕ ਟੈਕਸੇਬਲ ਕਪੈਸਿਟੀ ਜ਼ਿਆਦਾ ਹੋਏਗੀ। ਅਤੇ ਦੂਸਰਾ ਇਹ ਵੀ ਹੈ ਕਿ ਜੇ ਜਨਸੰਖਿਆ ਦੇ ਵਿੱਚ ਯੰਗ ਪੀਪਲਸ ਜਿਹੜੇ ਆ, ਜਵਾਨ ਲੋਕ ਉਹ ਜ਼ਿਆਦਾ ਹੋਣਗੇ ਤਾਂ ਉਹਦੇ ਨਾਲ ਵੀ ਤੁਹਾਡਾ ਐਕਸਪੈਂਡੀਚਰ ਹੈ ਜਿਹੜਾ ਉਹ ਜ਼ਿਆਦਾ ਹੋਏਗਾ। ਔਰ ਐਕਸਪੈਂਡੀਚਰ ਦੇ ਜ਼ਿਆਦਾ ਹੋਣ ਦੇ ਨਾਲ ਤੁਹਾਡਾ ਸੇਲਸ ਟੈਕਸ ਦੀ ਫੋਰਮ ਦੇ ਵਿੱਚ ਜਿਹੜੀ ਬਿਨਾਂ ਸ਼ੱਕ ਤੁਹਾਡੀ ਸਾਪੇਖ ਟੈਕਸ ਜਿਹੜੀ ਸਮਰੱਥਾ ਉਹ ਘੱਟ ਜਾਂਦੀ ਆ। ਪਰ ਜੇ ਤੁਸੀਂ ਕਿਸੇ ਦੇ ਕੰਪੈਰੀਜ਼ਨ 'ਚ ਗੱਲ ਕਰਦੇ ਹਾਂ ਉਹ ਘੱਟ ਜਾਂਦੀ ਆ, ਪਰ ਸੇਲਸ ਟੈਕਸ ਦੀ ਫੋਰਮ ਦੇ ਵਿੱਚ ਤਾਂ ਇਨਕਮ ਵੱਧ ਜਾਏਗੀ। ਨੈਕਸਟ ਜਿਹੜਾ ਹੈਗਾ ਡਿਸਟਰੀਬਿਊਸ਼ਨ ਆਫ ਵੈਲਥ। ਜੇਕਰ ਧਨ ਦੀ ਵੰਡ ਸਮਾਨ ਜਿਹੀ ਹੋਏਗੀ ਤਾਂ ਫਿਰ ਤਾਂ ਇਨਕਮ ਟੈਕਸ ਕੋਈ ਵੀ ਨਹੀਂ ਪੇ ਕਰੂਗਾ ਨਾ, ਇਨਕਮ ਇੱਕ ਲੈਵਲ ਤੋਂ ਨੀਚੇ ਰਹਿ ਜਾਏਗੀ। ਇਸ ਲਈ ਜਦੋਂ ਇਕੁਅਲ ਡਿਸਟਰੀਬਿਊਸ਼ਨ ਨਹੀਂ ਹੈਗੀ ਅਤੇ ਉਸ ਵਿੱਚ ਲਈ ਜਿਹੜੇ ਲੋਕਾਂ ਦੀ ਇਨਕਮ ਜ਼ਿਆਦਾ ਹੋਏਗੀ ਤਾਂ ਉਹ ਇਨਕਮ ਟੈਕਸ ਜ਼ਿਆਦਾ ਪੇ ਕਰਨਗੇ। ਉਸ ਤੋਂ ਬਾਅਦ ਸਾਈਕੋਲੋਜੀ ਆਫ ਦੀ ਟੈਕਸਪੇਅਰ। ਜੇ ਟੈਕਸਪੇਅਰ ਨੂੰ ਲੱਗਦਾ ਹੈ ਕਿ ਸਰਕਾਰ ਸੱਚੀ ਉਹ ਜਿਹੜਾ ਸਰਕਾਰ ਮਤਲਬ ਉਹ ਫੇਮਸ ਹੈ ਸਰਕਾਰ, ਅਤੇ ਅਸੀਂ ਸਰਕਾਰ ਨੂੰ ਟੈਕਸ ਦੀ ਫੋਰਮ ਦੇ ਵਿੱਚ ਇਨਕਮ ਜਿਹੜੀ ਉਹ ਦੇ ਦਿੰਦੇ ਆ, ਆਪਣਾ ਪੈਸਾ ਦੇ ਦਿੰਦੇ ਆ ਕਿ ਸਰਕਾਰ ਸਾਡੇ ਵੈਲਫੇਅਰ ਲਈ ਵੀ ਖਰਚ ਕਰਦੀ ਪਈ ਹੈ। ਪਰ ਜੇ ਇਸ ਤਰ੍ਹਾਂ ਦਾ ਨਹੀਂ ਹੋਏਗਾ ਤਾਂ ਲੋਕ ਆ ਜਿਹੜੇ ਉਹਨਾਂ ਦੀ ਟੈਕਸੇਬਲ ਕਪੈਸਿਟੀ ਘੱਟ ਰਹੇਗੀ। ਚੇਂਜਸ ਇਨ ਦੀ ਪ੍ਰਾਈਸਿਸ। ਜੇ ਕੀਮਤਾਂ ਦੇ ਵਿੱਚ ਵਾਧਾ ਹੋ ਜਾਏਗਾ, ਜੇ ਕੀਮਤਾਂ ਦੇ ਵਿੱਚ ਵਾਧਾ ਹੋ ਜਾਏਗਾ ਤਾਂ ਜਨਤਾ ਦਾ ਖਰਚ ਵੱਧ ਜਾਏਗਾ, ਖਰਚ ਵਧੇਗਾ ਤਾਂ ਬੱਚਤ ਘੱਟ ਜਾਏਗੀ, ਬੱਚਤ ਘਟੇਗੀ ਅਤੇ ਇਹਦੇ ਨਾਲ ਸਾਡੀ ਟੈਕਸੇਬਲ ਕਪੈਸਿਟੀ ਵੀ ਘੱਟ ਜਾਏਗੀ। ਸਟੈਂਡਰਡ ਆਫ ਲਿਵਿੰਗ ਆਫ ਦਾ ਪੀਪਲ। ਜੇਕਰ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਵਧੀਆ ਹੋਏਗਾ ਤਾਂ ਬਿਨਾਂ ਸ਼ੱਕ ਉਹਨਾਂ ਦੀ ਟੈਕਸੇਬਲ ਕਪੈਸਿਟੀ ਜ਼ਿਆਦਾ ਹੋਏਗੀ। ਅਤੇ ਜੇਕਰ ਵੈਸੇ ਇਹਦੇ ਵਿੱਚ ਇਹ ਵੀ ਆ, ਇਹ ਦੋ ਧਾਰੀ ਤਲਵਾਰ ਦੀ ਤਰ੍ਹਾਂ ਆ
ਕਿ ਜੇਕਰ ਇੱਕੋ ਜਿਹੇ ਆਮਦਨ ਵਾਲੇ ਵਿਅਕਤੀਆਂ ਵਿੱਚ ਜਿਸ ਵਿਅਕਤੀ ਦਾ ਆਮਦਨ ਪੱਧਰ ਜ਼ਿਆਦਾ ਹੋਏਗਾ ਉਹਦਾ ਖਰਚ ਜ਼ਿਆਦਾ ਹੋਏਗਾ, ਉਸ ਦੀ ਬੱਚਤ ਘੱਟ ਹੋਏਗੀ। ਬੱਚਤ ਘੱਟ ਹੋਣ ਦੇ ਕਰਕੇ ਉਹਦੀ ਟੈਕਸੇਬਲ ਕਪੈਸਿਟੀ ਘੱਟ ਹੋਏਗੀ। ਮੀਨਸ ਇੱਕੋ ਜਿਹਿਆਂ ਦੇ ਵਿੱਚੋਂ ਜੇਕਰ ਤੁਹਾਡਾ ਇਕੱਲਿਆਂ ਦਾ ਸਟੈਂਡਰਡ ਆਫ ਲਿਵਿੰਗ ਜ਼ਿਆਦਾ ਹੋਏਗਾ ਤਾਂ ਤੁਹਾਡੀ ਟੈਕਸੇਬਲ ਕਪੈਸਿਟੀ ਘੱਟ ਹੋਏਗੀ। ਪਰ ਜੇ ਸਾਰਿਆਂ ਦਾ ਸਟੈਂਡਰਡ ਆਫ ਲਿਵਿੰਗ ਇੰਪਰੂਵ ਹੋ ਜਾਏਗਾ ਤਾਂ ਉਹਦਾ ਜਿਹੜਾ ਇੰਪੈਕਟ ਆ ਉਹ ਦੂਜੀ ਤਰ੍ਹਾਂ ਦਾ ਹੋਏਗਾ। ਇਸ ਲਈ ਸਟੈਂਡਰਡ ਆਫ ਲਿਵਿੰਗ ਸਾਰਿਆਂ ਦਾ ਇੱਕੋ ਜਿਹਾ ਹੋਏਗਾ ਤਾਂ ਟੈਕਸੇਬਲ ਲੋਕ ਜਿਹੜੇ ਆ, ਕਿਉਂਕਿ ਇੱਕ ਟੈਕਸ ਪੇ ਕਰਦਾ ਪਿਆ ਤਾਂ ਦੂਸਰਾ ਵੀ ਪੇ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਤਰ੍ਹਾਂ ਵੈਸੇ ਇਹ ਦੋ ਤਰ੍ਹਾਂ ਦਾ ਪੁਆਇੰਟ ਹੈ, ਦੋ ਤਰ੍ਹਾਂ ਐਕਸਪਲੇਨ ਕੀਤਾ ਜਾ ਸਕਦਾ ਹੈ ਕਿ ਮੈਂ ਥੋੜ੍ਹਾ ਜਿਹਾ ਡਿਟੇਲ 'ਚ ਕਰਨਾ ਚਾਹੁੰਦੀ ਇਹਨੂੰ। ਕਰ ਦੇਣ ਦੀ ਸਮਰੱਥਾ 'ਤੇ ਜੀਵਨ ਦੇ ਪੱਧਰ ਦਾ ਵੀ ਪ੍ਰਭਾਵ ਪੈਂਦਾ। ਜੇਕਰ ਕਿਸੇ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਹੈ ਤਾਂ ਉਹਨਾਂ ਦੀ ਕਾਰਜ ਸ਼ਕਤੀ ਵਾਧੂ ਹੋਏਗੀ, ਉਹ ਆਪਣੀ ਆਮਦਨ ਵਧਾ ਸਕਣਗੇ, ਬੱਚਤ ਜ਼ਿਆਦਾ ਹੋਏਗੀ ਅਤੇ ਟੈਕਸੇਬਲ ਕਪੈਸਿਟੀ ਜ਼ਿਆਦਾ ਹੋਏਗੀ। ਪਰ ਜੇ ਆਮ ਇੱਕੋ ਜਿਹੇ ਆਮਦਨ ਵਾਲੇ ਗਰੁੱਪਾਂ 'ਚੋਂ ਕਿਸੇ ਇੱਕ ਦਾ ਸਟੈਂਡਰਡ ਆਫ ਲਿਵਿੰਗ ਜ਼ਿਆਦਾ ਹੋਏਗਾ ਤਾਂ ਟੈਕਸੇਬਲ ਕਪੈਸਿਟੀ ਘੱਟ ਹੋਏਗੀ। ਪੋਲੀਟੀਕਲ ਕੰਡੀਸ਼ਨਸ ਕਿਸੇ ਦੇਸ਼ ਦੀ ਕਰ ਦੇਣ ਦੀ ਸਮਰੱਥਾ ਪੋਲੀਟੀਕਲ ਕੰਡੀਸ਼ਨਸ 'ਤੇ ਵੀ ਡਿਪੈਂਡ ਕਰਦੀ ਹੈ। ਜੇਕਰ ਕਿਤੇ ਕੋਈ ਐਮਰਜੈਂਸੀ ਹੋਈ ਹੋਵੇ, ਕਿਤੇ ਕੋਈ ਲੜਾਈ ਲੱਗੀ ਹੋਵੇ ਤਾਂ ਲੋਕ ਵੱਧ ਟੈਕਸ ਦੇਣ ਨੂੰ ਤਿਆਰ ਹੋ ਜਾਣਗੇ। ਲਾਈਕ ਮੰਨ ਲਓ ਸਾਡੀ ਪਾਕਿਸਤਾਨ ਦੇ ਨਾਲ ਕੋਈ ਲੜਾਈ ਲੱਗ ਜਾਂਦੀ ਹੈ, ਚਾਈਨਾ ਨਾਲ ਲੱਗ ਜਾਂਦੀ ਹੈ, ਤਾਂ ਆਪਾਂ ਦੇਸ਼ ਭਗਤੀ ਦੇ ਵਿੱਚ ਜ਼ਿਆਦਾ ਟੈਕਸ ਪੇ ਕਰਨ ਲਈ ਤਿਆਰ ਹੋ ਜਾਵਾਂਗੇ। ਪਰ ਜੇ ਨੋਰਮਲ ਕੰਡੀਸ਼ਨਸ ਰਹਿੰਦੀਆਂ ਤਾਂ ਲੋਕਾਂ ਦੀ ਟੈਕਸੇਬਲ ਕਪੈਸਿਟੀ ਜਿਹੜੀ ਆ ਉਹ ਘੱਟ ਜਾਏਗੀ। ਯੋਗ ਪ੍ਰਸ਼ਾਸਨ ਜੇਕਰ ਦੇਸ਼ ਦੇ ਵਿੱਚ ਸਥਿਰਤਾ ਪਾਈ ਜਾਂਦੀ ਹੋਵੇ ਰਾਜਨੀਤਿਕ ਲੈਵਲ ਦੇ ਉੱਤੇ, ਲੋਕਾਂ ਦੇ ਵਿੱਚ ਆਪਟੀਮਿਜ਼ਮ ਹੋਏਗਾ ਅਤੇ ਟੈਕਸੇਬਲ ਕਪੈਸਿਟੀ ਜ਼ਿਆਦਾ ਹੋਏਗੀ। ਜੇਕਰ ਪ੍ਰਸ਼ਾਸਨ ਬੁਰਾ ਆ, ਲੱਗਦਾ ਆ ਕਿ ਉਹ ਜਿਹੜੇ ਉਹ ਆਪਣੇ ਉੱਤੇ ਜ਼ਿਆਦਾ ਖਰਚ ਕਰ ਰਹੇ ਆ, ਸਾਡੇ ਜਿਹੜੇ ਰਿਸੋਰਸਿਸ ਆ, ਸਾਡੇ ਰਾਸ਼ਟਰੀ ਰਿਸੋਰਸਿਸ ਆ, ਉਹਨਾਂ ਦਾ ਮਿਸਯੂਜ਼ ਕਰਦੇ ਪਏ ਆ, ਤਾਂ ਸਾਡੀ ਟੈਕਸੇਬਲ ਕਪੈਸਿਟੀ ਘੱਟ ਹੋਏਗੀ। ਨੇਚਰ ਆਫ ਦੀ ਪਬਲਿਕ ਐਕਸਪੈਂਡੀਚਰ ਅਤੇ ਪਬਲਿਕ ਐਕਸਪੈਂਡੀਚਰ ਫਿਰ ਉਹੀ ਕਿ ਜੇਕਰ ਲੋਕਾਂ ਦੇ ਵੈਲਫੇਅਰ ਲਈ ਖਰਚਾ ਕਰਦੀਆਂ ਪਈਆਂ, ਸਰਕਾਰਾਂ ਖਰਚ ਕਰਦੀਆਂ ਪਈਆਂ ਅਤੇ ਲੋਕਾਂ ਦੀ ਟੈਕਸ ਦੇਣ ਦੀ ਸਮਰੱਥਾ ਵੱਧ ਹੋਏਗੀ। ਅਤੇ ਜੇਕਰ ਰਾਸ਼ਟਰੀ ਆਮਦਨ ਦਾ ਵੱਡਾ ਹਿੱਸਾ ਲੋਕਾਂ ਦੇ ਵੈਲਫੇਅਰ ਲਈ ਖਰਚ ਨਹੀਂ ਹੁੰਦਾ ਪਿਆ ਅਤੇ ਲੋਕ ਟੈਕਸ ਦੇਣ ਤੋਂ ਆਨਾਕਾਨੀ ਕਰਨਗੇ। ਇਸ ਲਈ ਇਹ ਉਹ ਫੈਕਟਰਸ ਆ ਜਿਹੜੇ ਲੋਕ ਕਿਸੇ ਦੀ ਟੈਕਸੇਬਲ ਕਪੈਸਿਟੀ ਨੂੰ, ਲੋਕਾਂ ਦੀ ਟੈਕਸੇਬਲ ਕਪੈਸਿਟੀ ਨੂੰ ਇਫੈਕਟ ਕਰਦੇ ਆ। ਥੈਂਕ ਯੂ।